ਪੈਸੇ ਦੀ ਇੱਕ ਬੜੀ ਤਾਕਤ ਹੁੰਦੀ ਏ। ਆਮ ਬੰਦੇ ਕਹਿੰਦੇ ਨੇ ਵੀ ਨਹੀਂ, ਪੈਸੇ ਦੀ ਕੋਈ ਤਾਕਤ ਨਹੀਂ ਹੁੰਦੀ, ਪੈਸਾ ਤਾਂ ਜੇਬ ਦੇ ਵਿੱਚ ਹੁੰਦਾ ਹੈ। ਲੇਕਿਨ ਜਿੰਦੀ ਜੇਬ ਦੇ ਵਿੱਚ ਹੋਵੇ ਨਾ, ਉਹ ਵੀ ਉੱਭਰ ਉੱਭਰ ਕੇ ਟੁਰਦਾ ਹੈ। ਜਿੰਦੇ ਕੋਲ 4 ਟਕੇ ਹੋਣ ਤੇ ਜੇਬ ਭਰੀ ਹੋਵੇ ਪੈਸਿਆਂ ਦੀ, ਜਦੋਂ ਉਹ ਬਾਹਰ ਨਿਕਲਦਾ ਹੈ ਨਾ, ਉਹਦੀ ਟੋਰ ਬਦਲ ਜਾਂਦੀ ਹੈ, ਉਹਦਾ ਗੁਫ਼ਤਗੂ ਦਾ ਅੰਦਾਜ਼ ਬਦਲ ਜਾਂਦਾ ਹੈ, ਉਹਦਾ ਮੇਲ ਮਿਲਾਪ ਬਦਲ ਜਾਂਦਾ ਹੈ। ਜਿੰਦੇ ਕੋਲ ਪੈਸੇ ਨਹੀਂ ਗੇ, ਉਹ ਘਰੋਂ ਹੀ ਢਿੱਲਾ ਜਾਂ ਬਾਹਰ ਨਿਕਲਦਾ ਹੈ, ਐਸਾ ਐਸਾ ਟੁਰਦਾ ਹੈ, ਤੇ ਉਹਦੇ ਦਿਲ 'ਚ ਹੁੰਦੀ ਹੈ ਵੀ ਜੇ ਮੈਨੂੰ ਕੋਈ ਜ਼ਰੂਰਤ ਪੈਗੀ ਤੇ ਮੇਰੇ ਕੋਲ ਤਾਂ ਪੈਸਾ ਹੈਗਾ ਹੀ ਕੋਈ ਨਹੀਂ ਗਾ। ਅੰਗਰੇਜ਼ ਦਾ ਦੌਰ ਸੀ ਤੇ ਕੰਮ ਸ਼ੁਰੂ ਸੀ, ਇੱਕ ਨਹਿਰ ਜਿਹੜੀ ਨਾ ਉਹ ਬਣਦੀ ਸੀ ਪਈ, ਤੇ ਨਹਿਰ ਦੇ ਵਿੱਚ ਮਿੱਟੀ ਕੱਢਣ ਵਾਸਤੇ ਨਾ ਮਜ਼ਦੂਰ ਲੱਗੇ ਸੀ। ਤੇ ਉਦੋਂ ਕਰੇਨਾ ਕਰੂਨਾ ਹੁੰਦੀਆਂ ਨਹੀਂ ਤੇ ਕਈਆਂ ਨਾਲ ਤੇ ਬੇਲਚਿਆਂ ਨਾਲ ਲੋਕ ਕੰਮ ਕਰਦੇ ਸੀ। ਇੱਕ ਮਜ਼ਦੂਰ ਸੀ ਨਾ ਜਿਹੜਾ, ਉਹ ਦੂਸਰੇ ਮਜ਼ਦੂਰਾਂ ਨਾਲੋਂ ਨਹੀਂ ਅਗਾਂ ਟੱਪਾ ਸੱਟੇ, ਟੱਪਾ ਭਰੇ ਤਾਂ ਉੱਭਰ ਕੇ ਅਗਾਂ ਸੱਟੇ। ਜਦੋਂ ਉਹ ਅੰਗਰੇਜ਼ ਨੇ ਵੇਖਿਆ ਵੀ ਇਹ ਬੰਦਾ ਹੈ ਜਿਹੜਾ, ਇਹ ਖਰੇ ਇੰਨੀ ਤਾਕਤ ਇਹਦੇ ਵਿੱਚ ਕਿੱਥੋਂ ਆ ਗਈ, ਉਹਨਾਂ ਨੇ ਉਸ ਆਦਮੀ ਨੂੰ ਬੁਲਾਇਆ ਤੇ ਉਹਦੀ ਤਲਾਸ਼ੀ ਲਈ ਤੇ ਉਹਦੀ ਜੇਬ ਦੇ ਵਿੱਚੋਂ 100 ਰੁਪਇਆ ਨਿਕਲਿਆ, ਨਵਾਂ ਨਕੋਰ ਨੋਟ। ਜਦੋਂ ਉਹ ਵੇਖਿਆ ਤੇ ਉਹ ਅੰਗਰੇਜ਼ ਨੇ ਕਿਹਾ ਵੀ ਇਹ ਜਿਹੜਾ ਪੈਸਾ ਹੈ ਨਾ, ਇਹ ਤੁਹਾਡੀ ਕਰੰਸੀ, ਇਹ 100 ਦਾ ਨੋਟ ਇੱਥੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਦਿਓ ਤੇ ਤੁਸੀਂ ਕੰਮ ਕਰੋ। ਉਹਨੂੰ ਆਪਣਾ 100 ਦਾ ਨੋਟ ਜਿਹੜਾ ਨਾ ਉੱਥੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਦਿੰਦਾ ਤੇ ਦੁਬਾਰਾ ਜਾ ਕੇ ਉੱਥੇ ਹੀ ਫੇਰ ਕੰਮ ਸ਼ੁਰੂ ਕਰ ਦਿੰਦਾ ਹੈ। ਹੁਣ ਜਦੋਂ ਟੱਪਾ ਭਰਦਾ ਨਾ, ਤੇ ਜਿਵੇਂ ਦੂਜੇ ਮਜ਼ਦੂਰ ਲੱਗੇ ਨੇ, ਭਰਿਆ ਟੱਪਾ ਤੇ ਸੁੱਟ ਦਿੱਤਾ, ਭਰਿਆ ਤੇ ਸੁੱਟ ਦਿੱਤਾ। ਉਹ ਅੰਗਰੇਜ਼ ਨੇ ਆਪਣੇ ਸਾਥੀਆਂ ਨੂੰ ਆਖਿਆ ਵੀ ਵੇਖੋ ਪੈਸੇ ਦੀ ਕਿੰਨੀ ਤਾਕਤ ਹੈ, ਵੀ ਇਹਦੇ ਕੋਲ 100 ਰੁਪਇਆ ਸੀ ਤੇ ਸਾਂਭਿਆ ਨਹੀਂ ਜਾਂਦਾ ਪਿਆ, ਤੇ ਉੱਭਰ ਉੱਭਰ ਕੇ ਜਿਹੜਾ ਨਾ ਟੱਪੇ ਸੱਟ ਕੇ ਨਾ ਤੇ ਆਪਣੇ ਆਪ ਨੂੰ ਬੜਾ ਇਹਨੇ ਹਲਕਾਨ ਕੀਤਾ ਸੀ। ਉਹਨਾਂ ਉਹਨੂੰ ਦੁਬਾਰਾ ਫੇਰ ਬੁਲਾਇਆ ਤੇ ਉਹ 100 ਰੁਪਇਆ ਜਿਹੜਾ ਉਹਨੂੰ ਦੇ ਦਿੰਦੇ ਨੇ, ਤੇ ਉਹਨੂੰ ਆਖਦੇ ਨੇ ਵੀ ਇਹ ਆਪਣੀ ਜੇਬ ਦੇ ਵਿੱਚ ਪਾ ਲੈ ਤੇ ਜਾ ਕੇ ਕੰਮ ਫੇਰ ਸ਼ੁਰੂ ਕਰ ਦੇ। ਉਹਨੂੰ ਬੜਾ ਜਿਹੜਾ ਨਾ ਦੌੜਦਾ ਆਇਆ ਤੇ ਆਣ ਕੇ ਆਪਣਾ ਬੇਲਚਾ ਫੇਰ ਫੜ ਲੈਂਦਾ, ਤੇ ਉਹ ਪਹਿਲੇ ਦੀ ਤਰ੍ਹਾਂ ਫੇਰ ਇਹਨਾਂ ਬੇਲਚਾ ਭਰਦਾ ਤੇ ਉਹ ਉੱਥੇ ਦੂਰ ਜਾ ਕੇ ਸੁੱਟਦਾ। ਦੂਸਰੇ ਲੋਕ ਜਿਹੜੇ ਨੇ ਜਿੱਥੇ ਉਹਨਾਂ ਦੀ ਮਿੱਟੀ ਜਾਂਦੀ ਨੇ, ਉਹਦਾ ਟੱਪਾ ਉਸ ਤੋਂ ਵੀ ਅੱਗੇ ਜਾਂਦਾ ਹੈ। ਮੈਂ ਇਹ ਸਾਬਤ ਕਰਨਾ ਚਾਹਣਾ ਵੀ ਪੈਸੇ ਦੀ ਵਾਕਈ ਤਾਕਤ ਹੁੰਦੀ, ਇਹਦੀ ਇੱਕ ਗਰਮੈਸ਼ ਹੁੰਦੀ। ਇਸ ਤਰ੍ਹਾਂ ਹੀ ਇੱਕ ਮਾਈ ਸੀ ਤੇ ਬਾਦਸ਼ਾਹ ਸਲਾਮਤ ਦੀ ਉਹ ਖਾਦਮਾ ਸੀ, ਤੇ ਉਹਦੀ ਡਿਊਟੀ ਇਹ ਸੀ ਵੀ ਉਹ ਘਰ ਆਣ ਕੇ ਨਾ ਤੇ ਚੱਕੀ ਪੀਂਦੀ ਹੁੰਦੀ ਸੀ। ਉਸ ਦੌਰ ਦੇ ਵਿੱਚ ਇਹ ਮਸ਼ੀਨੀ ਚੱਕੀਆਂ ਨਹੀਂ ਸੀ ਹੁੰਦੀਆਂ ਵੀ ਕੋਈ ਡਿਸਕੋ ਚੱਕੀਆਂ ਨੇ ਜਾਂ ਪੱਥਰ ਵਾਲੀ ਚੱਕੀ, ਇਹ ਦੌਰ ਹੀ ਨਹੀਂ ਸੀ ਹੈਗਾ। ਉਦੋਂ ਲੋਕ ਜਿਹੜੇ ਨੇ ਨਾ, ਜਿੰਨਾ ਉਹਨਾਂ ਆਟਾ ਖਾਣਾ ਹੁੰਦਾ ਸੀ ਤੇ ਉਹਨਾਂ ਹੀ ਉਹ ਚੱਕੀ ਦੇ ਕੋਲ ਲਿਆ ਕੇ ਤੇ ਉਹ ਦਾਣੇ ਉਹਨੇ ਪੀ ਲੈਂਦੇ ਸੀ, ਤੇ ਉਹ ਉਹਨਾਂ ਦਾ ਡੰਗ ਹੋ ਜਾਂਦਾ ਸੀ। ਰਾਤ ਦਾ ਡੰਗ ਹੋਇਆ, ਸੁਬਾਹ ਆ ਗਈ, ਸੁਬਾਹ ਫਿਰ ਉਹਨਾਂ ਆਟਾ ਪੀਣਾ। ਤੇ ਉਹ ਬਾਦਸ਼ਾਹ ਸਲਾਮਤ ਨੇ ਇੱਕ ਖਾਦਮਾ ਰੱਖੀ ਸੀ ਜਿਹੜੀ ਰੋਜ਼ਾਨਾ ਹੀ ਉਹ ਚੱਕੀ ਪੀਂਦੀ ਸੀ। ਉਹ ਜਿੱਥੇ ਉਹ ਚੱਕੀ ਪਈ ਸੀ ਨਾ, ਉੱਥੇ ਬਾਦਸ਼ਾਹ ਸਲਾਮਤ ਨੇ ਨਾ ਥੱਲੇ ਕੋ ਖਜ਼ਾਨਾ ਸੀ ਤੇ ਉਹ ਦਫਨ ਕੀਤਾ ਸੀ। ਉਹਦੇ ਉੱਤੇ ਹੀ ਉਹ ਮਾਈ ਬਹਿ ਗਏ ਤੇ ਚੱਕੀ ਜਿਹੜੀ ਨੇ ਉਹ ਪੀਸਦੀ ਰਹਿੰਦੀ। ਇੱਕ ਦਿਨ ਉਹਦੇ ਦਿਲ ਦੇ ਵਿੱਚ ਇੱਕ ਗੱਲ ਆਈ ਤੇ ਮਲਕਾ ਨੂੰ ਨੇ ਬੁਲਾਇਆ ਤੇ ਉਸ ਨੂੰ ਕਿਹਾ ਵੀ ਮਲਕਾ, ਤੁਹਾਡੀ ਬੇਟੀ ਜਵਾਨ ਹੈ ਤੇ ਮੇਰਾ ਵੀ ਪੁੱਤਰ ਜਵਾਨ ਹੈ, ਤੇ ਜੇ ਤੁਹਾਨੂੰ ਅੱਛਾ ਲੱਗੇ ਤੇ ਆਪਾਂ ਦੋਵੇਂ ਜਿਹੜਾ ਨਾ ਮਿਲ ਨਾ ਜਾਈਏ। ਮਤਲਬ ਇਹ ਵੀ ਉਸ ਮਾਈ ਨੇ ਬਾਦਸ਼ਾਹ ਦੀ ਬੇਟੀ ਦਾ ਰਿਸ਼ਤਾ ਪੁੱਛ ਲਿਆ, ਤੇ ਉਹ ਰਾਣੀ ਕਹਿੰਦੀ ਵੀ ਅੱਛਾ ਇਹਦੇ ਤੇ ਫੇਰ ਕਿਸੇ ਟਾਈਮ ਗੱਲ ਕਰਾਂਗੇ। ਰਾਤ ਦਾ ਟਾਈਮ ਹੋਇਆ, ਉਹ ਮਾਈ ਜਿਹੜੀ ਦਾਣੇ ਪੀ ਕੇ ਤੇ ਆਪਦੇ ਘਰ ਦੇ ਵਿੱਚ ਚਲੀ ਜਾਂਦੀ ਹੈ। ਹੁਣ ਬਾਦਸ਼ਾਹ ਸਲਾਮਤ ਜਿਹੜੇ ਨੇ ਉਹ ਆਪਣੇ ਜਦੋਂ ਸਲੀਪਿੰਗ ਰੂਮ ਦੇ ਵਿੱਚ ਆਉਂਦੇ ਨੇ, ਤੇ ਰਾਣੀ ਨੇ ਉਹਨੂੰ ਕਿਹਾ ਵੀ ਅੱਜ ਜਿਹੜੀ ਆਪਣੀ ਖਾਦਮਾ ਹੈ ਨਾ, ਜਿਹੜੀ ਮਾਈ ਚੱਕੀ ਪੀਮਨ ਆਦੀ ਹੈ, ਤੇ ਉਹਨੇ ਮੈਨੂੰ ਕਿਹਾ ਵੀ ਆਪਦੀ ਬੇਟੀ ਦਾ ਰਿਸ਼ਤਾ ਜਿਹੜਾ ਨਾ ਮੇਰੇ ਬੇਟੇ ਵਾਸਤੇ ਦੇ ਦਿਓ। ਬਾਦਸ਼ਾਹ ਸੋਚ ਵਿਚਾਰ ਦੇ ਵਿੱਚ ਜਿਹੜਾ ਪੈ ਗਿਆ, ਤੇ ਉਸ ਨੇ ਕਿਹਾ ਵੀ ਅੱਛਾ ਦਿਨ ਚੜ੍ਹੇਗਾ ਤੇ ਫਿਰ ਜਿਹੜਾ ਨਾ ਮੈਂ ਇਹਦੇ ਤੇ ਗੱਲ ਕਰਾਂਗਾ। ਦਿਨ ਚੜ੍ਹਿਆ ਤੇ ਉਹਨੇ ਰਾਣੀ ਨੂੰ ਕਿਹਾ ਵੀ ਜਿੱਥੇ ਚੱਕੀ ਪਈ ਹੈ ਨਾ, ਆਪਣੇ ਕਿਸੇ ਮੁਲਾਜ਼ਮ ਨੂੰ ਲਾ ਕੇ ਤੇ ਇਹ ਚੱਕੀ ਇੱਥੋਂ ਉਠਾਓ ਤੇ ਇਹਦੀ ਜਗ੍ਹਾ ਬਦਲ ਦਿਓ। ਉਹ ਸਵੇਰੇ ਮੁਲਾਜ਼ਮ ਆਏ, ਉਹਨਾਂ ਉਹ ਚੱਕੀ ਚੁੱਕੀ ਉਸ ਜਗ੍ਹਾ ਤੋਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਰੱਖ ਦਿੱਤੀ। ਮਾਈ ਆਈ ਦਾਣੇ ਪੀਵਣ ਵਾਸਤੇ, ਤੇ ਉਹਨੇ ਨਾ ਉਹ ਵੇਖਿਆ ਵੀ ਉਹ ਤਾਂ ਜਗ੍ਹਾ ਹੀ ਬਦਲੀ ਪਈ ਹੈ। ਉਹਨੇ ਜਿੱਥੇ ਚੱਕੀ ਪਈ ਸੀ ਉੱਥੇ ਆਪਣੇ ਦਾਣੇ ਰੱਖੇ ਤੇ ਆਟਾ ਬਣਾਉਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਕੋਈ ਦੁਪਹਿਰ ਦਾ ਵਕਤ ਹੋ ਗਿਆ ਤੇ ਰਾਣੀ ਸਾਹਿਬਾ ਆਪ ਹੀ ਆਈਆਂ ਤੇ ਆਣ ਕੇ ਨਾ ਉਹ ਮਾਈ ਨੂੰ ਪੁੱਛਦੀਆਂ ਵੀ ਜਿਹੜੀ ਕੱਲ ਤੁਸੀਂ ਗੱਲ ਕੀਤੀ ਸੀ ਉਹ ਕਿਵੇਂ ਕੀਤੀ ਸੀ, ਅਜੇ ਕੱਲ ਮੇਰੀ ਸਮਝ ਦੇ ਵਿੱਚ ਨਹੀਂ ਸੀ ਆਈ, ਤੇ ਮੈਂ ਜਿਹੜਾ ਨਾ ਦੁਬਾਰਾ ਪੁੱਛਣਾ ਚਾਹਣੀ। ਹੁਣ ਉਹ ਮਾਈ ਜਿਹੜੀ ਚੱਕੀ ਵਾਲੀ ਸੀ ਉਹਨੇ ਕਿਹਾ ਵੀ ਐਵੇਂ ਨਾ ਮੇਰੇ ਮੂੰਹੋਂ ਉਹ ਗੱਲ ਨਿਕਲ ਗਈ ਸੀ, ਅਸੀਂ ਗਰੀਬ ਆਦਮੀ ਆ ਤੇ ਤੁਸੀਂ ਬਾਦਸ਼ਾਹ ਸਲਾਮਤ ਜੇ, ਤੇ ਅਸੀਂ ਵੇਖੋ ਨਾ ਤੁਹਾਡੇ ਕੋਲੋਂ ਰਿਸ਼ਤਾ ਕਿਵੇਂ ਲੈ ਸਕਦੇ ਹਾਂ। ਉਹ ਜਿਹੜੀ ਮੈਂ ਕੱਲ ਗੱਲ ਕੀਤੀ ਸੀ ਨਾ, ਮੈਨੂੰ ਉਹ ਮਾफ़ ਕਰ ਦਿਓ, ਉਹ ਪਤਾ ਨਹੀਂ ਮੇਰੇ ਮੂੰਹ ਦੇ ਵਿੱਚੋਂ ਕਿਵੇਂ ਨਿਕਲ ਗਈ। ਗੱਲ ਸਮਝਾਉਣ ਦਾ ਮਕਸਦ ਇਹ ਆ ਵੀ ਜਿੱਥੇ ਉਹ ਚੱਕੀ ਪਹਿਲੋਂ ਪਈ ਸੀ ਉੱਥੇ ਖਜ਼ਾਨਾ ਦਫਨ ਸੀ, ਖਜ਼ਾਨੇ ਦੀ ਇੱਕ ਗਰਮੈਸ਼ ਸੀ,
ਉੱਤੇ ਮਾਈ ਬੈਠੀ ਸੀ। ਉਹ ਗਰਮੈਸ਼ ਦੀ ਵਜ੍ਹਾ ਤੋਂ ਮਾਈ ਜਿਹੜੀ ਨੂੰ ਉਹ ਵੀ ਫੁੱਲ ਕੇ ਪਹਾੜ ਹੋ ਗਈ ਤੇ ਉਹ ਇਹ ਜਿਹੀਆਂ ਗੱਲਾਂ ਕਰਨ ਲੱਗ ਪਈ ਵੀ ਐਸਾ ਐਸਾ ਬਾਦਸ਼ਾਹ ਦੀ ਬੇਟੀ ਦਾ ਰਿਸ਼ਤਾ ਹੀ ਜਾ ਕੇ ਪੁੱਛ ਲਿਆ। ਜਦੋਂ ਉਹ ਚੱਕੀ ਦੀ ਜਗ੍ਹਾ ਬਦਲ ਗਈ, ਚੱਕੀ ਕਿਤੇ ਹੋਰ ਦੇ ਰੱਖ ਦਿੱਤੀ, ਖਜ਼ਾਨਾ ਕਿਤੇ ਹੋਰ ਦੇ ਪਿਆ ਸੀ, ਤੇ ਫਿਰ ਉਹ ਰਾਣੀ ਨੇ ਆਪ ਪੁੱਛਿਆ ਤੇ ਮਾਈ ਜਿਹੜੀ ਨਾ ਆਪਣੇ ਬਿਆਨਾਂ ਤੋਂ ਜਿਹੜਾ ਨਾ ਉਹਨੇ ਉਹ ਬਿਆਨ ਹੀ ਕੈਂਸਲ ਕਰ ਦਿੱਤੇ। ਉਹਨਾਂ ਨਾ ਅਸੀਂ ਗਰੀਬ ਤੇ ਤੁਸੀਂ ਬਾਦਸ਼ਾਹ ਸਲਾਮਤ, ਤੇ ਰਾਣੀ ਜੀ ਮੈਨੂੰ ਮਾਫ ਕਰ ਦਿਓ। ਇਸ ਵਾਸਤੇ ਜਿੰਦੇ ਕੋਲ ਵੀ ਪੈਸਾ ਹੈ ਇਹਦੀ ਗਰਮੈਸ਼ ਲਾਜ਼ਮੀ ਹੁੰਦੀ ਹੈ, ਲੇਕਿਨ ਉਸ ਗਰਮੈਸ਼ ਨੂੰ ਸਾਂਭਣਾ ਚਾਹੀਦਾ। ਕਿਸੇ ਮਾੜੇ ਬੰਦੇ ਨੂੰ ਤੰਗ ਨਹੀਂ ਕਰਨਾ ਚਾਹੀਦਾ ਵੀ ਮੇਰੇ ਕੋਲ ਹੁਣ ਪੈਸਾ ਆ ਗਿਆ ਤੇ ਬਸ ਮਾੜਾ ਬੰਦਾ ਨਾ ਜਿਹੜਾ ਉਹਨੂੰ ਬੰਦਾ ਮਾਰ ਹੀ ਦੇ, ਕਿਤੇ ਕਤਲੋ ਗਾਰਤ ਸ਼ੁਰੂ ਕਰ ਦਿੱਤੀ, ਕਿਤੇ ਕਿਸੇ ਤਸ਼ੱਦਦ ਸ਼ੁਰੂ ਕਰ ਦਿੱਤਾ, ਕਿਸੇ ਦਾ ਘਰ ਖੋਹ ਲਿਆ, ਕਿਸੇ ਦੀ ਪੈਲੀ ਤੇ ਕਬਜ਼ਾ ਕਰ ਲਿਆ, ਕਿਸੇ ਦਾ ਰਸਤਾ ਬੰਦ ਕਰ ਦਿੱਤਾ। ਇਵੇਂ ਨਹੀਂ ਕਰਨਾ। ਅੱਲਾ ਤੋਂ ਡਰ ਕੇ ਰਹਿਣਾ ਤੇ ਆਪਣੇ ਪੈਸੇ ਨੂੰ ਅੱਛੀ ਤਰ੍ਹਾਂ ਹਜ਼ਮ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਗਰ ਤੁਹਾਨੂੰ ਮੇਰੀ ਇਹ ਵੀਡੀਓ ਅੱਛੀ ਲੱਗੀ ਤੇ ਇਹਨੂੰ ਅੱਗੇ ਲਾਜ਼ਮੀ ਸ਼ੇਅਰ ਕਰ ਦੇਣਾ, ਵੀਡੀਓ ਨੂੰ ਲਾਈਕ ਕਰਕੇ ਇੱਕ ਅੱਛਾ ਜਿਹਾ ਕਮੈਂਟ ਕਰ ਦੇਣਾ। ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੇਣਾ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ।